ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਆਪਣੇ ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਅੱਜ ਅਸੀਂ ਸਮਾਜਿਕ ਸਿੱਖਿਆ ਦੀ 9ਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਅਸੀਂ 2011 ਦਾ ਜਿਹੜਾ ਪੇਪਰ ਹੋਇਆ ਉਹਨੂੰ ਸੋਲਵ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਸਕਰੀਨ ਤੇ ਤੁਹਾਡੇ ਸਾਹਮਣੇ ਹੈ ਜੀ। ਸਿੰਘ ਸਭਾ ਲਹਿਰ ਮੋਟੇ ਤੌਰ ਤੇ ਕਦੋਂ ਸ਼ੁਰੂ ਹੋਈ? ਆਪਸ਼ਨ ਨੇ ਜੀ 18ਵੀਂ ਸਦੀ, 20ਵੀਂ ਸਦੀ, 19ਵੀਂ ਸਦੀ ਜਾਂ 21ਵੀਂ ਸਦੀ। ਜਿਹੜੀ ਸਿੰਘ ਸਭਾ ਲਹਿਰ ਸੀ ਇਹ 1873 ਦੇ ਵਿੱਚ ਸ਼ੁਰੂ ਹੋਈ ਸੀ। ਇਹਦਾ ਸਹੀ ਜਵਾਬ ਬਣਦਾ ਹੈ ਜੀ 19ਵੀਂ ਸਦੀ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ ਜੀ, ਰਾਈਟ ਟੂ ਪ੍ਰੋਪਰਟੀ ਇਜ਼ ਸੰਪਤੀ ਦਾ ਅਧਿਕਾਰ ਹੈ। ਮੂਲ ਅਧਿਕਾਰ, ਨਾਗਰਿਕਤਾ ਅਧਿਕਾਰ, ਕਾਨੂੰਨੀ ਅਧਿਕਾਰ ਜਾਂ ਸਾਰੇ ਹੀ। ਆਰਟੀਕਲ 300A ਦੇ ਤਹਿਤ ਰਾਈਟ ਟੂ ਪ੍ਰੋਪਰਟੀ ਇੱਕ ਲੀਗਲ ਰਾਈਟ ਹੈ। ਪਹਿਲਾਂ ਇਹ ਫੰਡਾਮੈਂਟਲ ਰਾਈਟ ਹੁੰਦਾ ਸੀ। ਸੰਵਿਧਾਨ ਦੀ 44ਵੀਂ ਸੋਧ 1978 ਵਾਲੀ ਦੇ ਵਿੱਚ ਇਹਨੂੰ ਫੰਡਾਮੈਂਟਲ ਰਾਈਟ ਤੋਂ ਬਾਹਰ ਕਰ ਦਿੱਤਾ ਗਿਆ। ਇਹਦਾ ਸਹੀ ਜਵਾਬ ਹੈ ਜੀ ਕਾਨੂੰਨੀ ਅਧਿਕਾਰ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਅਧਿਆਪਕ ਨੂੰ ਕਿਸ ਦੇ ਸਮਰੱਥ ਹੋਣਾ ਚਾਹੀਦਾ ਹੈ? ਅਭਿਨੈ ਦੇ, ਸਿੱਖਿਆ ਪ੍ਰਾਪਤੀ ਦੇ, ਸੰਚਾਰ ਦੇ, ਬਹੁਪੱਖੀ ਭੂਮਿਕਾਵਾਂ ਨਿਭਾਉਣ ਦੇ। ਇਹਦਾ ਸਹੀ ਜਵਾਬ ਹੈ ਜੀ ਬਹੁਪੱਖੀ ਭੂਮਿਕਾਵਾਂ ਨਿਭਾਉਣ ਦੇ। ਚੌਥਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਭਾਰਤ ਵਿੱਚ ਮੂਲ ਅਧਿਕਾਰ ਕਿਸ ਲਈ ਡਿਜ਼ਾਈਨ ਕੀਤੇ ਗਏ ਹਨ? ਆਪਸ਼ਨ ਨੇ ਮਨੁੱਖਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ, ਇਹ ਯਕੀਨੀ ਬਣਾਉਣ ਲਈ ਕਿ ਸਾਰੇ ਭਾਰਤੀ ਭਾਰਤ ਤੋਂ ਨਾਗਰਿਕਾਂ ਵਜੋਂ ਆਪਣਾ ਜੀਵਨ ਸ਼ਾਂਤੀ ਅਤੇ ਇਕਸੁਰਤਾ ਨਾਲ ਬਤੀਤ ਕਰ ਸਕਣ। ਤੀਸਰਾ ਆਪਸ਼ਨ ਹੈ ਆਜ਼ਾਦੀ ਦੀ ਸੁਰੱਖਿਆ ਲਈ ਜਾਂ ਸੁਤੰਤਰਤਾ ਦੀ ਸੁਰੱਖਿਆ ਲਈ। ਦੇਖੋ ਜੀ, ਜਿਹੜਾ ਦੂਸਰਾ ਆਪਸ਼ਨ ਹੈ ਲਗਭਗ ਸਭ ਕੁਝ ਕਵਰ ਕਰ ਜਾਂਦਾ। ਇਹਦਾ ਸਹੀ ਜਵਾਬ ਹੈ ਜੀ ਇਹ ਯਕੀਨੀ ਬਣਾਉਣ ਲਈ ਕਿ ਸਾਰੇ ਭਾਰਤੀ ਭਾਰਤ ਤੋਂ ਨਾਗਰਿਕਾਂ ਵਜੋਂ ਆਪਣਾ ਜੀਵਨ ਸ਼ਾਂਤੀ ਅਤੇ ਇਕਸੁਰਤਾ ਨਾਲ ਬਤੀਤ ਕਰ ਸਕਣ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਸਮਾਜ ਵਿਗਿਆਨਾਂ ਦੇ ਅਧਿਆਪਨ ਵਿੱਚ ਇੱਕ ਜਟਿਲਤਾ ਇਸ ਤੱਥ ਵਿੱਚ ਹੈ ਕਿ ਉਹਨਾਂ ਦਾ ਵਿਸ਼ਾ ਹੈ। ਆਪਸ਼ਨ ਹਨ ਸਦਾ ਪਰਿਵਰਤਨਸ਼ੀਲ, ਅਤੀ ਜਟਲ, ਅਸਤਿਤਵਹੀਨ ਜਾਂ ਸਥਾਨੀਕ੍ਰਿਤ। ਇਸ ਪ੍ਰਸ਼ਨ ਦਾ ਮਤਲਬ ਇਹ ਹੈ ਕਿ ਸਮਾਜਿਕ ਵਿਗਿਆਨ ਨੂੰ ਪੜ੍ਹਾਉਣ ਦੇ ਵਿੱਚ ਜਿਹੜੀ ਜ਼ਿਆਦਾ ਕੰਪਲੈਕਸਿਟੀ ਹੈ ਉਹ ਕਿਉਂ ਹੈ? ਇਹਦਾ ਸਹੀ ਜਵਾਬ ਹੈ ਜੀ ਕਿਉਂਕਿ ਸਮਾਜਿਕ ਵਿਗਿਆਨ ਸਮਾਜਾਂ ਦਾ ਅਧਿਐਨ ਹੈ ਅਤੇ ਸਮਾਜ ਸਦਾ ਪਰਿਵਰਤਨਸ਼ੀਲ ਨੇ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਇਤਿਹਾਸ ਕਦੋਂ ਸ਼ੁਰੂ ਹੁੰਦਾ ਹੈ? ਆਪਸ਼ਨ ਨੇ ਜਦੋਂ ਮਨੁੱਖੀ ਸੱਭਿਅਤਾ ਦਾ ਆਰੰਭ ਹੁੰਦਾ ਹੈ, ਜਦੋਂ ਮਨੁੱਖੀ ਸਮਿਰਤੀ ਦਾ ਆਰੰਭ ਹੁੰਦਾ ਹੈ, ਜਦੋਂ ਲਿਖਤੀ ਸਰੋਤ ਉਪਲਬਧ ਹੁੰਦੇ ਹਨ ਜਾਂ ਉਪਰੋਕਤ ਸਾਰੇ। ਦੇਖੋ, ਅਸੀਂ ਜਾਣਦੇ ਹਾਂ ਕਿ ਇੱਕ ਇਤਿਹਾਸ ਹੁੰਦਾ ਹੈ ਅਤੇ ਇੱਕ ਪੂਰਵ ਇਤਿਹਾਸ ਹੁੰਦਾ ਹੈ। ਇਤਿਹਾਸ ਉਹ ਹੁੰਦਾ ਜਿਹਦੇ ਲਿਖਤੀ ਸਰੋਤ ਉਪਲਬਧ ਹੁੰਦੇ ਨੇ ਅਤੇ ਪੂਰਵ ਇਤਿਹਾਸ ਉਹ ਹੁੰਦਾ ਜਿਹਦੇ ਲਿਖਤੀ ਸਰੋਤ ਉਪਲਬਧ ਨਹੀਂ ਹੁੰਦੇ। ਜਿਵੇਂ ਪੱਥਰ ਯੁੱਗ, ਜਿਹਦੇ ਬਾਰੇ ਕੋਈ ਲਿਖਤੀ ਸਰੋਤ ਤਾਂ ਉਪਲਬਧ ਨਹੀਂ ਹੈਗੇ ਪਰ ਆਪਾਂ ਅਵਸ਼ੇਸ਼ਾਂ ਤੋਂ ਉਹਦਾ ਅੰਦਾਜ਼ਾ ਲਗਾਉਂਦੇ ਹਾਂ। ਇਹਦਾ ਸਹੀ ਜਵਾਬ ਬਣਦਾ ਜੀ ਸੀ ਆਪਸ਼ਨ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਥੋੜ੍ਹਾ ਜਿਹਾ ਪ੍ਰਿੰਟ ਸਹੀ ਨਹੀਂ, ਮੈਂ ਫਿਰ ਤੋਂ ਟਾਈਪ ਕੀਤਾ ਹੋਇਆ। ਸਰਕਾਰ ਦੁਆਰਾ ਆਮਦਨ ਟੈਕਸ, ਕੇਂਦਰੀ ਆਬਕਾਰੀ ਕਸਟਮ, ਜ਼ਮੀਨੀ ਮਾਲੀਆ ਜਾਂ ਟੈਕਸ ਮਾਲੀਆ ਆਦਿ ਦੁਆਰਾ ਪ੍ਰਾਪਤ ਕੀਤਾ ਧਨ ਜਾਂ ਮਾਲੀਆ ਕੀ ਬਣਦਾ ਹੈ? ਭਾਰਤ ਸਰਕਾਰ, ਭਾਰਤ ਦਾ ਸੰਕਟਕਾਲੀਨ ਫੰਡ ਯਾਨੀ ਕਿ ਕੰਟਨਜੈਂਸੀ ਫੰਡ, ਭਾਰਤ ਦਾ ਸੰਯੁਕਤ ਫੰਡ ਯਾਨੀ ਕਿ ਕੰਸੋਲੀਡੇਟਡ ਫੰਡ ਜਾਂ ਸਾਰੇ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਇਹ ਜਿੰਨੇ ਵੀ ਰੈਵਨਿਊ ਨੇ ਕਰ ਨੇ, ਜਿਵੇਂ ਇਨਕਮ ਟੈਕਸ, ਸੈਂਟਰਲ ਐਕਸਾਈਜ਼, ਕਸਟਮ, ਲੈਂਡ ਰੈਵਨਿਊ, ਇਹ ਸਾਰੇ ਮਿਲ ਕੇ ਕੰਸੋਲੀਡੇਟਡ ਫੰਡ ਆਫ ਇੰਡੀਆ ਬਣਾਉਂਦੇ ਨੇ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਭਾਰਤ ਵਿੱਚ ਸਭ ਤੋਂ ਵੱਡਾ ਕਾਸ਼ਤ ਵਾਲਾ ਖੇਤਰ ਕਿਸ ਦੇ ਅਧੀਨ ਹੈ? ਆਪਸ਼ਨ ਨੇ ਜੌਂ ਜਾਂ ਮੱਕੀ, ਜਵਾਰ ਅਤੇ ਬਾਜਰਾ, ਕਣਕ ਜਾਂ ਚਾਵਲ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਚਾਵਲ ਜਾਂ ਝੋਨਾ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਦੇ ਸਹੀ ਸਮਾਂ ਕ੍ਰਮ ਦੀ ਪਛਾਣ ਕਰੋ। ਅਸੀਂ ਦੱਸਣਾ ਹੈ ਕਿ ਇਹਦੇ ਵਿੱਚੋਂ ਕਿਹੜੇ ਗੁਰੂ ਸਾਹਿਬ ਪਹਿਲਾਂ ਹੋਏ ਨੇ ਅਤੇ ਕਿਹੜੇ ਬਾਅਦ ਵਿੱਚ। ਗੁਰੂ ਨਾਨਕ ਦੇਵ ਜੀ ਸਾਡੇ ਪਹਿਲੇ ਗੁਰੂ ਨੇ, ਗੁਰੂ ਅੰਗਦ ਦੇਵ ਜੀ ਸਾਡੇ ਦੂਸਰੇ ਗੁਰੂ ਨੇ, ਗੁਰੂ ਅਮਰਦਾਸ ਜੀ ਸਾਡੇ ਤੀਸਰੇ ਗੁਰੂ ਨੇ ਅਤੇ ਇੱਥੇ ਦਿੱਤੇ ਆਪਸ਼ਨਾਂ ਦੇ ਵਿੱਚ ਗੁਰੂ ਹਰਗੋਬਿੰਦ ਜੀ ਸਾਡੇ 6ਵੇਂ ਗੁਰੂ ਨੇ, ਗੁਰੂ ਹਰ ਰਾਏ ਜੀ ਸਾਡੇ 7ਵੇਂ ਗੁਰੂ ਨੇ ਅਤੇ ਗੁਰੂ ਹਰਕ੍ਰਿਸ਼ਨ ਜੀ ਸਾਡੇ 8ਵੇਂ ਗੁਰੂ ਨੇ। ਆਪਸ਼ਨਾਂ ਦੇ ਅਕੋਰਡਿੰਗ ਤੀਸਰੇ ਆਪਸ਼ਨ ਦੇ ਵਿੱਚ ਦਿੱਤਾ ਸਮਾਂ ਕ੍ਰਮ ਸਹੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਉਸ ਤੋਂ ਬਾਅਦ 6ਵੇਂ ਗੁਰੂ ਸਾਹਿਬਾਨ ਬਾਰੇ ਦੱਸਿਆ ਗਿਆ ਸ਼੍ਰੀ ਗੁਰੂ ਹਰਗੋਬਿੰਦ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਭਾਰਤ ਦੀ ਸੰਸਦੀ ਪ੍ਰਣਾਲੀ ਕਿਹੜੇ ਸਿਧਾਂਤ ਉੱਪਰ ਆਧਾਰਿਤ ਹੈ? ਆਪਸ਼ਨ ਨੇ ਬਹੁਗਿਣਤੀ ਵੋਟਾਂ ਦੀ ਚੋਣ ਪ੍ਰਣਾਲੀ, ਅਨੁਪਾਤਕ ਪ੍ਰਤੀਨਿਧਤਾ, ਬਹੁਗਿਣਤੀ ਵੋਟ ਜਾਂ ਲੋਕਪ੍ਰਿਯ ਲੋਕਤੰਤਰ। ਅੰਗਰੇਜ਼ੀ ਦੇ ਵਿੱਚ ਆਪਸ਼ਨ ਦੇਖ ਸਕਦੇ ਹਾਂ। ਇਹਦੇ ਵਿੱਚ ਜਿਹੜਾ ਪਹਿਲਾ ਆਪਸ਼ਨ ਹੈ ਫਸਟ ਪਾਸਟ ਦਾ ਪੋਸਟ, ਜਿਹਨੂੰ FPTP ਵੀ ਕਹਿੰਦੇ ਆ, ਇਹਦੇ ਅਕੋਰਡਿੰਗ ਜਿਸ ਨੂੰ ਵੀ ਮੈਜੋਰਿਟੀ ਮਿਲਦੀ ਹੈ ਉਹ ਚੁਣਿਆ ਜਾਂਦਾ ਹੈ, ਭਾਵੇਂ ਉਹਨੂੰ 50% ਤੋਂ ਘੱਟ ਵੀ ਵੋਟਾਂ ਮਿਲ ਜਾਣ। ਜੇ ਜ਼ਿਆਦਾ ਬੰਦੇ ਨੇ ਤਾਂ ਜਿਹਨੂੰ ਸਭ ਤੋਂ ਵੱਧ ਵੋਟਾਂ ਮਿਲਣਗੀਆਂ ਉਹ ਜਿੱਤ ਜੇਗਾ। ਇਹਦਾ ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਸਕਰੀਨ 'ਤੇ 101 ਨੰਬਰ ਵਾਲਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ।
ਇਤਿਹਾਸ ਦੇ ਰੂਪ ਵਿੱਚ ਉਚਿਤ ਕਾਲ ਕਰਮਿਕ ਤਰਤੀਬ ਕਿਹੜੀ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਪੜ੍ਹ ਸਕਦੇ ਹੋ। ਇਸ ਨੂੰ ਮੈਂ ਸਹੀ ਤਰੀਕੇ ਨਾਲ ਟਾਈਪ ਕੀਤਾ ਹੋਇਆ, ਇਹਦੇ ਵਿੱਚ ਪ੍ਰਿੰਟਿੰਗ ਮਿਸਟੇਕ ਹੈ। ਆਪਸ਼ਨ ਏ ਹੈ ਪੁਰਾਤਨ ਪੱਥਰ ਯੁੱਗ, ਮਹਾਂਪੱਥਰ ਯੁੱਗ, ਸੂਖਮ ਪੱਥਰ ਯੁੱਗ ਅਤੇ ਨਵ ਪੱਥਰ ਯੁੱਗ। ਇਸੇ ਤਰ੍ਹਾਂ ਦਿੱਤੇ ਹੋਏ ਬਾਕੀ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ, ਅਸੀਂ ਪੱਥਰ ਯੁੱਗ ਨੂੰ 3 ਭਾਗਾਂ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾ ਭਾਗ ਬਣਦਾ ਹੈ ਪੁਰਾਤਨ ਪੱਥਰ ਯੁੱਗ, ਦੂਸਰਾ ਬਣਦਾ ਹੈ ਮੱਧ ਪੱਥਰ ਯੁੱਗ, ਤੀਸਰਾ ਬਣਦਾ ਹੈ ਨਵਾਂ ਪੱਥਰ ਯੁੱਗ। ਪੁਰਾਤਨ ਪੱਥਰ ਯੁੱਗ ਨੂੰ ਪਾਲੀਓਲੀਥਿਕ ਕਹਿੰਦੇ ਆ, ਮੱਧ ਪੱਥਰ ਯੁੱਗ ਨੂੰ ਮੀਜ਼ੋਲੀਥਿਕ ਕਹਿੰਦੇ ਆ ਅਤੇ ਨਵੇਂ ਪੱਥਰ ਯੁੱਗ ਨੂੰ ਨੀਓਲੀਥਿਕ ਬੋਲਦੇ ਆ। ਹੁਣ ਇਹਦੇ ਵਿੱਚ ਇੱਕ ਮੈਗਾਲੀਥਿਕ ਅਤੇ ਮਾਈਕਰੋਲੀਥਿਕ ਯਾਨੀ ਕਿ ਮਹਾਂਪੱਥਰ ਯੁੱਗ ਅਤੇ ਸੂਖਮ ਪੱਥਰ ਯੁੱਗ ਵੀ ਲਿਖਿਆ ਹੋਇਆ। ਜਿਹੜਾ ਮੈਗਾਲੀਥਿਕ ਹੁੰਦਾ ਇਹ ਹੁੰਦਾ ਵੱਡੇ ਪੱਥਰਾਂ ਨਾਲ ਬਣੇ ਹੋਏ ਸਟਰਕਚਰ, ਅਤੇ ਮਾਈਕਰੋਲੀਥਿਕ ਯਾਨੀ ਕਿ ਸੂਖਮ ਪੱਥਰ ਨੂੰ ਕਹਿੰਦੇ ਆ ਛੋਟੇ ਪੱਥਰਾਂ ਨਾਲ ਬਣੇ ਹੋਏ ਔਜ਼ਾਰ। ਇਹਦੇ ਹਿਸਾਬ ਨਾਲ ਇਹਦਾ ਸਹੀ ਆਪਸ਼ਨ ਬਣਦਾ ਹੈ ਜੀ ਤੀਸਰਾ, ਪਾਲੀਓਲੀਥਿਕ, ਨੀਓਲੀਥਿਕ, ਮਾਈਕਰੋਲੀਥਿਕ ਅਤੇ ਮੈਗਾਲੀਥਿਕ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਪ੍ਰਿਥਵੀ ਦੇ ਪਰਿਆਵਰਨ ਉੱਪਰ ਸਭ ਤੋਂ ਵੱਡਾ ਪ੍ਰਭਾਵ ਕਿਸ ਦਾ ਰਿਹਾ ਹੈ? ਆਪਸ਼ਨ ਨੇ ਪਰਮਾਣੂ ਵਿਸਫੋਟ, ਦੂਸਰਾ ਮਨੁੱਖੀ ਗਤੀਵਿਧੀਆਂ, ਰਸਾਇਣਕ ਪ੍ਰਦੂਸ਼ਣ ਜਾਂ ਸੂਰਜੀ ਵਿਕਰਨਾਂ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਮਨੁੱਖੀ ਗਤੀਵਿਧੀਆਂ। ਮਨੁੱਖੀ ਗਤੀਵਿਧੀਆਂ ਨੇ ਵਾਤਾਵਰਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਅਗਲਾ ਪ੍ਰਸ਼ਨ ਹੈ ਜੀ, ਚਾਵਲ ਦੀ ਕਾਸ਼ਤ ਸਭ ਤੋਂ ਪਹਿਲਾਂ ਕਿੱਥੇ ਕੀਤੀ ਗਈ? ਚਾਵਲ ਦੀ ਕਾਸ਼ਤ ਸਭ ਤੋਂ ਪਹਿਲਾਂ ਸਾਊਥ ਏਸ਼ੀਆ ਦੇ ਵਿੱਚ ਕੀਤੀ ਗਈ, ਦੱਖਣੀ ਏਸ਼ੀਆ। ਸਹੀ ਆਪਸ਼ਨ ਹੈ ਜੀ ਦੂਸਰਾ। ਅਗਲਾ ਪ੍ਰਸ਼ਨ ਦੇਖਦੇ ਹਾਂ, ਮਾਨਸਰੋਵਰ ਝੀਲ ਪ੍ਰਦੇਸ਼ ਤੋਂ ਕਿਹੜੇ ਦਰਿਆ ਨਿਕਲਦੇ ਹਨ? ਆਪਸ਼ਨ ਨੇ ਬ੍ਰਹਮਪੁੱਤਰ, ਸਤਲੁਜ, ਯਮੁਨਾ, ਬ੍ਰਹਮਪੁੱਤਰ, ਸਿੰਧ, ਸਤਲੁਜ, ਸਿੰਧ, ਜਿਹਲਮ, ਸਤਲੁਜ ਜਾਂ ਜਿਹਲਮ, ਸਤਲੁਜ, ਯਮੁਨਾ। ਦੇਖੋ ਜੀ, ਜਿਹੜਾ ਮਾਨਸਰੋਵਰ ਝੀਲ ਹੈ ਇਹ ਤਿੱਬਤ ਦੇ ਵਿੱਚ ਹੈ ਅਤੇ ਇਹ ਤੋਂ ਦਰਿਆ ਜਿਹੜੇ ਨਿਕਲਦੇ ਨੇ ਬ੍ਰਹਮਪੁੱਤਰ, ਸਿੰਧ ਅਤੇ ਸਤਲੁਜ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਇੱਥੇ ਤੁਸੀਂ ਹੋਰ ਵੀ ਯਾਦ ਰੱਖ ਸਕਦੇ ਹੋ, ਜਿਵੇਂ ਯਮੁਨਾ ਜਮਨੋਤਰੀ 'ਚੋਂ ਨਿਕਲਦੀ ਹੈ ਅਤੇ ਜਿਹਲਮ ਜਿਹੜੀ ਹੈ ਉਹ ਪੀਰ ਪੰਜਾਲ ਰੇਂਜ ਕਸ਼ਮੀਰ ਤੋਂ ਨਿਕਲਦੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਭਾਰਤ ਬਹੁਤ ਵੱਡਾ ਦੇਸ਼ ਹੈ, ਇਸ ਦੇ ਅੰਤਰਗਤ ਪ੍ਰਿਥਵੀ ਦਾ ਕਿੰਨਾ ਖੇਤਰ ਆਉਂਦਾ ਹੈ? ਆਪਸ਼ਨ ਨੇ 1.4%, 4.4%, 3.4% ਜਾਂ 2.4%। ਜਿਹੜਾ ਭਾਰਤ ਹੈ ਇਹਦਾ ਏਰੀਆ 3.28 ਮਿਲੀਅਨ ਕਿਲੋਮੀਟਰ ਸਕੁਏਅਰ ਹੈ ਅਤੇ ਧਰਤੀ ਦੇ ਖੇਤਰਫਲ ਦੇ ਹਿਸਾਬ ਨਾਲ ਇਹ 2.4% ਬਣਦਾ ਹੈ ਅਤੇ ਸੰਸਾਰ ਦੀ ਭਾਰਤ ਵਿੱਚ 16.7% ਜਨਸੰਖਿਆ ਰਹਿੰਦੀ ਹੈ। ਚੌਥਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਹਾਲ ਹੀ ਵਿੱਚ ਭਾਰਤ ਵਿੱਚ ਗਲੇਸ਼ੀਅਰਾਂ ਦੀ ਅਵਸਥਾ ਬਾਰੇ ਕਾਫੀ ਵਾਦ ਵਿਵਾਦ ਰਿਹਾ ਹੈ। ਡਰ ਇਹ ਹੈ ਕਿ ਗਲੇਸ਼ੀਅਰ ਹਨ। ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਵੱਧ ਰਹੇ ਹਨ, ਗਹਿਰੇ ਹੋ ਰਹੇ ਹਨ, ਘਟ ਰਹੇ ਹਨ ਜਾਂ ਸਥੂਲ ਹੋ ਰਹੇ ਹਨ। ਜਿਹੜੇ ਗਲੇਸ਼ੀਅਰ ਨੇ ਉਹ ਪਿਘਲ ਰਹੇ ਨੇ ਗਲੋਬਲ ਵਾਰਮਿੰਗ ਦੇ ਕਰਕੇ। ਇਹਦਾ ਸਹੀ ਜਵਾਬ ਹੈ ਜੀ ਘਟ ਰਹੇ ਹਨ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਪ੍ਰਸਾਰ ਭਾਰਤੀ ਕੀ ਹੈ? ਭਾਰਤ ਦਾ ਲੋਕ ਸੇਵਾ ਪ੍ਰਸਾਰਣ, NGO, TV ਸੰਗਠਨ ਜਾਂ ਰੇਡੀਓ ਸੰਗਠਨ। ਜਿਹੜਾ ਪ੍ਰਸਾਰ ਭਾਰਤੀ ਹੈ ਇਹ ਭਾਰਤ ਦਾ ਲੋਕ ਸੇਵਾ ਪ੍ਰਸਾਰਣ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਸਕਰੀਨ 'ਤੇ ਅਗਲਾ ਪ੍ਰਸ਼ਨ ਹੈ ਜੀ, ਸੂਰਜੀ ਮੰਡਲ ਵਿੱਚ ਤੀਸਰੇ ਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਨੇ ਸ਼ੁੱਕਰ, ਮੰਗਲ, ਪ੍ਰਿਥਵੀ ਜਾਂ ਵਰੁਣ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਪ੍ਰਿਥਵੀ। ਬਾਕੀ ਗ੍ਰਹਿਾਂ ਬਾਰੇ ਵੀ ਤੁਸੀਂ ਦੇਖ ਸਕਦੇ ਹੋ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਬੁਲੰਦ ਦਰਵਾਜ਼ਾ ਕਿਸ ਵਾਸਤੇ ਬਣਾਇਆ ਗਿਆ ਸੀ? ਆਪਸ਼ਨ ਨੇ ਆਗਰੇ ਦੇ ਤਖਤ ਦੇ ਵਾਰਸ ਦਾ ਜਨਮ ਦਿਨ ਮਨਾਉਣ ਲਈ, ਗੁਜਰਾਤ ਦੀ ਜਿੱਤ ਨੂੰ ਮਨਾਉਣ ਲਈ, ਚਿਸ਼ਤੀ ਸੰਤਾਂ ਦੇ ਸਨਮਾਨ ਲਈ ਜਾਂ ਉਪਰੋਕਤ ਸਾਰੇ। ਜਿਹੜਾ ਬੁਲੰਦ ਦਰਵਾਜ਼ਾ ਹੈ ਇਹਨੂੰ ਡੋਰ ਆਫ ਵਿਕਟਰੀ ਵੀ ਕਹਿੰਦੇ ਨੇ। ਇਹ ਅਕਬਰ ਨੇ ਗੁਜਰਾਤ 'ਤੇ ਜਿੱਤ ਦੀ ਖੁਸ਼ੀ ਦੇ ਵਿੱਚ ਬਣਾਇਆ ਸੀ, ਯਾਨੀ ਕਿ ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਭਾਰਤ ਵਿੱਚ ਪਹਿਲੀ ਰਾਜ ਵਿਵਸਥਾ ਕਿਹੜੇ ਪ੍ਰਦੇਸ਼ ਵਿੱਚ ਬਣਾਈ ਗਈ? ਆਪਸ਼ਨ ਨੇ ਕਾਵੇਰੀ ਘਾਟੀ, ਨਰਮਦਾ ਘਾਟੀ, ਗੰਗਾ ਜਮਨਾ ਦੁਆਬ ਜਾਂ ਉਪਰੋਕਤ ਸਾਰੇ। ਇਹਦਾ ਸਹੀ ਜਵਾਬ ਹੈ ਗੰਗਾ ਜਮਨਾ ਦੁਆਬ। ਚੌਥਾ ਆਪਸ਼ਨ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ, ਵਾਯੂ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਕਿਉਂਕਿ ਆਪਸ਼ਨ ਨੇ ਫਸਲਾਂ ਦਾ ਨੁਕਸਾਨ ਨਾ ਹੋਵੇ, ਉਦਯੋਗਾਂ ਨੂੰ ਵਾਯੂ ਦੀ ਉਚਿਤ ਸਪਲਾਈ ਮਿਲੇ, ਸਾਡੇ ਕੋਲ ਸਾਹ ਲੈਣ ਲਈ ਸਾਫ਼ ਹਵਾ ਹੋਵੇ ਜਾਂ ਪਸ਼ੂ ਸੰਖਿਆ ਘੱਟ ਨਾ ਹੋਵੇ। ਜੀ ਸਭ ਤੋਂ ਢੁਕਵਾਂ ਆਪਸ਼ਨ ਬਣਦਾ ਇੱਥੇ ਕਿ ਸਾਡੇ ਕੋਲ ਸਾਹ ਲੈਣ ਲਈ ਸਾਫ਼ ਹਵਾ ਹੋਵੇ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਦਾਸ ਵੰਸ਼ ਵਿੱਚ ਸੰਮਿਲਿਤ ਹੈ ਜਾਂ ਕਹਿ ਲਓ ਗੁਲਾਮ ਵੰਸ਼ ਦੇ ਨਾਲ ਸੰਬੰਧਿਤ ਕੀ ਹੈ?
ਇਕੱਲਾ ਪਰਿਵਾਰ ਜਿਸ ਨੇ ਦਾਸਤਾ ਤੋਂ ਸੁਤੰਤਰਤਾ ਪ੍ਰਾਪਤ ਕੀਤੀ ਸੀ। ਬਹੁਤ ਸਾਰੇ ਅਸੰਬੰਧਿਤ ਪਰਿਵਾਰ ਜਿਸ ਦਾ ਮੋਢੀ ਰਾਜੇ ਦੀ ਸੇਵਾ ਕਰ ਰਿਹਾ ਦਾਸ ਸਿਪਾਹੀ ਸੀ। ਭਾਰਤੀ ਸ਼ਾਸਕ ਦੇ ਗੁਲਾਮ ਉਪਰੋਕਤ ਵਿੱਚੋਂ ਕੋਈ ਨਹੀਂ। ਇਹਦਾ ਸਹੀ ਜਵਾਬ ਹੈ ਜੀ, ਬਹੁਤ ਸਾਰੇ ਅਸੰਬੰਧਿਤ ਪਰਿਵਾਰ ਜਿਸ ਦਾ ਮੋਢੀ ਰਾਜੇ ਦੀ ਸੇਵਾ ਕਰ ਰਿਹਾ ਦਾਸ ਸਿਪਾਹੀ ਸੀ, ਯਾਨੀ ਕਿ ਗੁਲਾਮ ਵੰਸ਼ ਦੇ ਵਿੱਚ ਜਿੰਨੇ ਵੀ ਸੀ ਉਹ ਸਾਰੇ ਕਿਸੇ ਇੱਕ ਪਰਿਵਾਰ ਨਾਲ ਸੰਬੰਧਿਤ ਨਹੀਂ ਸਨ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ।